ਜਦੋਂ ਮੈਂ 9-10 ਸਾਲਾਂ ਦੀ ਹੁੰਦੀ ਸੀਗੀ ਤਾਂ ਮੇਰੇ ਫਾਦਰ ਸਾਹਿਬ ਟਰਾਈ ਕਰਦੇ ਹੁੰਦੇ ਸੀਗੇ ਪੀਸੀਓ ਤੋਂ ਮੇਰੇ ਕੇਬੀਸੀ ਕਿਡਸ ਦੇ ਰਜਿਸਟ੍ਰੇਸ਼ਨ ਲਈ। ਤਾਂ ਉਸ ਟਾਈਮ ਕੇਬੀਸੀ ਸ਼ੁਰੂ ਹੀ ਹੋਇਆ ਸੀਗਾ, ਆਈ ਥਿੰਕ ਸਨ 2000 ਦੀ ਗੱਲ ਹੈਗੀ ਹੈ, ਅੱਜ ਤੋਂ 20-22 ਸਾਲ ਪਹਿਲੇ ਜਦੋਂ ਸ਼ੁਰੂ ਹੋਇਆ ਸੀ ਤਾਂ ਕੇਬੀਸੀ ਕਿਡਸ ਦਾ ਪ੍ਰੋਗਰਾਮ ਆਇਆ ਸੀਗਾ। ਤਾਂ ਉਸ 'ਚ ਮੇਰੇ ਫਾਦਰ ਦਾ ਸ਼ੁਰੂ ਤੋਂ ਸੁਪਨਾ ਸੀ, ਉਹ ਮੈਨੂੰ ਕਹਿੰਦੇ ਸੀ ਤੂੰ ਇੰਟੈਲੀਜੈਂਟ ਹੈ, ਤੂੰ ਹੁਸ਼ਿਆਰ ਹੈ, ਤੂੰ ਕੁਝ ਕਰ ਸਕਦੀ ਹੈ, ਤੂੰ ਉੱਧਰ ਜਾ ਸਕਦੀ ਹੈ। ਜਦੋਂ ਮੈਂ 18 ਸਾਲ ਦੀ ਹੋਈ ਫਿਰ ਮੈਂ ਟਰਾਈ ਕਰਿਆ ਕਿ ਹਾਂ ਹੁਣ ਮੈਂ ਟਰਾਈ ਕਰ ਸਕਦੀ ਹਾਂ, ਮੈਂ ਐਲੀਜੀਬਲ ਹਾਂ। ਤਾਂ ਫਿਰ ਟਰਾਈ ਕਰਦੇ ਕਰਦੇ ਮੈਨੂੰ ਪਹਿਲੀ ਆਡੀਸ਼ਨ ਦੀ ਜਿਹੜੀ ਕਾਲ ਆਈ ਉਹ 2014 'ਚ ਆਈ ਸੀ ਅਤੇ ਮੈਂ ਉਸ ਟਾਈਮ ਟੋਹਾਣਾ ਤੋਂ ਚੰਡੀਗੜ੍ਹ ਆਈ ਸੀਗੀ ਆਡੀਸ਼ਨ ਦੇਣ ਲਈ ਆਪਣੀ ਮੰਮੀ ਨਾਲ। ਸ਼ੁਰੂਆਤ ਦੇਵੀ ਔਰ ਸਜਣੋਂ ਤੋਂ ਹੀ ਹੋਈ। ਸਰ ਉਹਨਾਂ ਦਾ ਤਾਂ ਇੱਕ ਅਲੱਗ ਹੀ ਅੰਦਾਜ਼ ਹੈ, ਦੇਵੀ ਔਰ ਸਜਣੋਂ ਦਾ ਉਹਨਾਂ ਦਾ ਮੂੰਹ 'ਤੇ ਹੁੰਦਾ ਹੀ ਹੈਗਾ। ਤਾਂ ਬਹੁਤ ਚੰਗਾ ਲੱਗਿਆ ਜਦੋਂ ਸ਼ੁਰੂਆਤ ਵਿੱਚ ਸਰ ਕੇਬੀਸੀ ਦਾ ਸਾਊਂਡ ਆਉਂਦਾ ਹੈ, ਜਿਹੜਾ ਉਹਨਾਂ ਦਾ ਥੀਮ ਮਿਊਜ਼ਿਕ ਹੈਗਾ। ਅਸੀਂ ਟੀਵੀ 'ਤੇ ਦੇਖਦੇ ਹਾਂ ਤਾਂ ਹੀ ਸਾਨੂੰ ਗੂਜ਼ ਬੰਪਸ ਹੁੰਦੇ ਨੇ, ਅਤੇ ਜਦੋਂ ਮੈਂ ਉਸ ਮਿਊਜ਼ਿਕ ਨੂੰ ਲਾਈਵ ਐਕਸਪੀਰੀਅੰਸ ਕਰਿਆ, ਫਿਰ ਉਸ ਤੋਂ ਬਾਅਦ ਜਦੋਂ ਅਮਿਤਾਭ ਸਰ ਐਂਟਰ ਕਰਦੇ ਸੀਗੇ ਸਰ 10 ਮਿੰਟ ਤੱਕ ਕਲੈਪਿੰਗ ਹੀ ਨਹੀਂ ਰੁਕਦੀ ਸੀਗੀ। ਇੰਨਾ ਪਬਲਿਕ ਵਿੱਚ ਉਹਨਾਂ ਲਈ ਕਰੇਜ਼ ਹੈਗਾ। ਕਈ ਲੋਕ ਆਪਣਾ ਆਪਣਾ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਕੋਈ ਕਹਿੰਦਾ ਬੱਚਨ ਬੱਚਨ, ਕੋਈ ਕਹਿੰਦਾ ਏ ਬੀ। ਤਾਂ ਉਹ ਚੀਜ਼ ਦੇਖ ਕੇ ਨਾ ਬੜਾ ਓਵਰਵੈਲਮਿੰਗ ਜਿਹਾ ਲੱਗਦਾ ਸੀਗਾ ਕਿ ਅਸੀਂ ਵਾਕਈ ਸਦੀ ਦੇ ਮਹਾਨਾਇਕ ਨੂੰ ਦੇਖ ਰਹੇ ਹਾਂ। ਅਤੇ ਸਾਰੇ ਕੰਟੈਸਟੈਂਟ, ਮੈਂ ਕਿ ਸਾਰੇ ਕੰਟੈਸਟੈਂਟ ਹੀ ਫਰੀਜ਼ ਹੋ ਜਾਂਦੇ ਸੀਗੇ, ਸਾਡੀ ਨਜ਼ਰਾਂ ਹੀ ਨਹੀਂ ਹਟਦੀਆਂ ਸੀਗੀਆਂ ਉਹਨਾਂ ਤੋਂ। ਫਿਰ 11ਵੇਂ ਸਵਾਲ ਤੋਂ ਮੈਨੂੰ ਲੱਗਿਆ ਕਿ ਟਫਨੈਸ ਲੈਵਲ ਸ਼ੁਰੂ ਹੋ ਚੁੱਕਿਆ ਹੈਗਾ, ਕਿਉਂਕਿ ਮੇਰੀ ਲਾਈਫ ਲਾਈਨਸ ਯੂਜ਼ ਹੋਣੀ ਸ਼ੁਰੂ ਹੋ ਗਈ ਸੀ। ਪਹਿਲਾ 11ਵਾਂ ਸਵਾਲ ਸੀਗਾ ਛਈਆ ਸੌਂਗ ਤੋਂ ਰਿਲੇਟਿਡ ਸੀਗਾ, ਜਿਹੜਾ ਸ਼ਾਹਰੁਖ ਖਾਨ ਜੀ ਦਾ ਹੈਗਾ, ਕਿ ਉਸ 'ਚ ਕਿਹੜੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕਿਸ ਸਟੇਟ ਵਿੱਚ ਸੀਗੀ। ਤਾਂ ਇਸ ਬਾਰੇ ਮੈਨੂੰ ਨਹੀਂ ਪਤਾ ਸੀਗਾ ਕਿ ਜਿਹੜੀ ਉਹ ਟ੍ਰੇਨ ਹੈਗੀ ਉਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈਗੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਮੇਰੇ ਸਿਲੈਕਸ਼ਨ ਵਿੱਚ ਮੇਰੇ ਹਸਬੈਂਡ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਪੜ੍ਹਦੀ ਸੀ, ਮੇਰੇ ਨਾਲ ਮੇਰੇ ਹਸਬੈਂਡ ਵੀ ਪੜ੍ਹਦੇ ਸੀਗੇ, ਉਹ ਵੀ ਮੇਰੇ ਲਈ ਟੌਪਿਕ ਲੱਭ ਕੇ ਆਉਂਦੇ ਸੀਗੇ ਕਿ ਆਰਤੀ ਤੁਹਾਡਾ ਇਹ ਟੌਪਿਕ ਵੀਕ ਹੋ ਸਕਦਾ ਹੈ। ਜਿਵੇਂ ਮੈਨੂੰ ਸਪੋਰਟਸ ਵਿੱਚ ਇੰਨੀ ਜ਼ਿਆਦਾ ਨਹੀਂ ਸੀਗੇ, ਮੈਨੂੰ ਕ੍ਰਿਕਟ ਵਿੱਚ ਕੁੜੀਆਂ ਨੂੰ ਇੰਨੀ ਜ਼ਿਆਦਾ ਰੁਚੀ ਨਹੀਂ ਹੁੰਦੀ, ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ 2 ਦਿਨ ਕਲਾਸ ਲਈ ਕ੍ਰਿਕਟ ਵੀ ਪੜ੍ਹਾਇਆ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਸ਼ਾਹਰੁਖ ਖਾਨ ਦੀ ਇੱਕ ਫਿਲਮ ਦਾ ਡਾਇਲੌਗ ਹੈ, ਕਹਿੰਦੇ ਅਗਰ ਕਿਸੇ ਚੀਜ਼ ਨੂੰ ਤੁਸੀਂ ਸ਼ਿੱਦਤ ਨਾਲ ਚਾਹੋ ਤਾਂ ਕਾਇਨਾਤ ਵੀ ਉਹਨੂੰ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕਰਦੀ ਆ। ਪਰ ਸ਼ਾਹਰੁਖ ਖਾਨ ਦੀ ਫਿਲਮ ਦਾ ਇਹ ਡਾਇਲੌਗ ਸ਼ਾਹਰੁਖ ਖਾਨ ਨਹੀਂ, ਖੈਰ ਅਮਿਤਾਭ ਬੱਚਨ ਜੀ ਨੂੰ ਮਿਲਾਉਣ ਦਾ ਖਾਬ ਆਰਤੀ ਬਜਾਜ ਜੀ ਦਾ ਪੂਰਾ ਹੋ ਗਿਆ। ਗੱਲਬਾਤ ਕਰਦੇ ਨੇ। ਆਰਤੀ ਜੀ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਮੈਮ ਮੈਂ ਸ਼ੁਰੂਆਤ ਕੀਤੀ ਹੈ ਕਿ ਅਗਰ ਤੁਸੀਂ ਕਿਸੇ ਨੂੰ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕਰੋ ਤਾਂ ਕਾਇਨਾਤ ਤੁਹਾਡੀ ਮਦਦ ਕਰਦੀ ਆ। ਕਿੰਨੀ ਦੇਰ ਤੋਂ ਇਹ ਟਰਾਈ ਕਰ ਰਹੇ ਸੀ ਕੇਬੀਸੀ ਜਾਣਾ? ਮੈਨੂੰ ਅੱਜ ਵੀ ਯਾਦ ਹੈਗਾ, ਜਦੋਂ ਮੈਂ 9-10 ਸਾਲਾਂ ਦੀ ਹੁੰਦੀ ਸੀਗੀ ਤਾਂ ਮੇਰੇ ਫਾਦਰ ਸਾਹਿਬ ਟਰਾਈ ਕਰਦੇ ਹੁੰਦੇ ਸੀਗੇ ਪੀਸੀਓ ਤੋਂ ਮੇਰੇ ਕੇਬੀਸੀ ਕਿਡਸ ਦੇ ਰਜਿਸਟ੍ਰੇਸ਼ਨ ਲਈ। ਤਾਂ ਉਸ ਟਾਈਮ ਕੇਬੀਸੀ ਸ਼ੁਰੂ ਹੀ ਹੋਇਆ ਸੀਗਾ, ਆਈ ਥਿੰਕ ਸਨ 2000 ਦੀ ਗੱਲ ਹੈਗੀ ਹੈ, ਅੱਜ ਤੋਂ 20-22 ਸਾਲ ਪਹਿਲੇ ਜਦੋਂ ਸ਼ੁਰੂ ਹੋਇਆ ਸੀ ਤਾਂ ਕੇਬੀਸੀ ਕਿਡਸ ਦਾ ਪ੍ਰੋਗਰਾਮ ਆਇਆ ਸੀਗਾ। ਤਾਂ ਉਸ 'ਚ ਮੇਰੇ ਫਾਦਰ ਦਾ ਸ਼ੁਰੂ ਤੋਂ ਸੁਪਨਾ ਸੀ, ਉਹ ਮੈਨੂੰ ਕਹਿੰਦੇ ਸੀ ਤੂੰ ਇੰਟੈਲੀਜੈਂਟ ਹੈ, ਤੂੰ ਹੁਸ਼ਿਆਰ ਹੈ, ਤੂੰ ਕੁਝ ਕਰ ਸਕਦੀ ਹੈ, ਤੂੰ ਉੱਧਰ ਜਾ ਸਕਦੀ ਹੈ। ਤਾਂ ਉਹ ਪੀਸੀਓ ਤੋਂ ਟਰਾਈ ਕਰਦੇ ਹੁੰਦੇ ਸੀ। ਸਾਡੇ ਘਰੇ ਉਹ ਦੂਜਾ ਲੈਂਡਲਾਈਨ ਫੋਨ ਨਹੀਂ ਹੁੰਦਾ ਸੀਗਾ ਉਸ ਟਾਈਮ, ਆਈ ਥਿੰਕ ਬਹੁਤ ਘੱਟ ਲੋਕਾਂ ਦੇ ਘਰੇ ਹੁੰਦਾ ਸੀਗਾ। ਤਾਂ ਫਿਰ ਸਾਨੂੰ ਨਹੀਂ ਪਤਾ ਸੀ ਕੀ ਪ੍ਰੋਸੈਸ ਹੈ, ਉਹਨਾਂ ਦੀ ਕਾਲ ਬੈਕ ਕਦੇ ਆਊਗੀ, ਸਾਨੂੰ ਨਹੀਂ ਪਤਾ ਸੀਗਾ, ਬਟ ਉਹ ਟਰਾਈ ਫਿਰ ਵੀ ਕਰਕੇ ਆਉਂਦੇ ਸੀਗੇ। ਤਾਂ ਫਿਰ ਲੇਕਿਨ ਧੀਰੇ ਧੀਰੇ ਪਤਾ ਚੱਲਿਆ ਕਿ ਜਦੋਂ ਮੈਂ ਫਿਰ ਉਸ ਤੋਂ ਬਾਅਦ ਕੇਬੀਸੀ ਕਿਡਸ ਵੀ ਨਹੀਂ ਆਇਆ, ਕੇਬੀਸੀ ਕਿਡਸ ਉਸ ਟਾਈਮ ਹੀ ਆਇਆ ਸੀ, ਆਇਆ ਨਹੀਂ ਬਾਅਦ ਵਿੱਚ। ਫਿਰ ਜਦੋਂ ਰੈਗੂਲਰ ਕੇਬੀਸੀ ਆਇਆ ਅਤੇ ਮੈਂ ਆਪਣੇ 18 ਸਾਲ ਹੋਣ ਦਾ ਵੇਟ ਕਰਿਆ। ਫਿਰ ਇਸ ਵਿੱਚ ਨਾ ਮੈਂ ਸ਼ੋਅ ਨੂੰ ਬੜਾ ਡੈਡੀਕੇਸ਼ਨ ਨਾਲ ਫੋਲੋ ਕਰਦੀ ਸੀਗੀ। ਤਾਂ ਇਸ ਸ਼ੋਅ ਕਰਕੇ ਮੈਂ ਦੱਸਣਾ ਚਾਹਾਂਗੀ, ਮੈਨੂੰ ਆਪਣੀ ਜੀਕੇ ਪੜ੍ਹਨ ਵਿੱਚ ਬਹੁਤ ਜ਼ਿਆਦਾ ਰੁਚੀ ਹੋ ਗਈ ਸੀ। ਜਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਸੀਗੇ, ਸਾਨੂੰ ਮੌਕਾ ਮਿਲਦਾ ਸੀਗਾ ਕਿ ਅਸੀਂ ਆਪਣੀ ਨੌਲੇਜ ਟੈਸਟ ਕਰ ਸਕਦੇ ਸੀਗੇ ਕਿ ਸਾਨੂੰ ਕਿੰਨਾ ਪਤਾ ਹੈਗਾ। ਜਿਵੇਂ ਮਾਈਥੋਲੋਜੀ ਦੇ ਕੁਐਸਚਨਸ ਪੁੱਛੇ ਜਾਂਦੇ ਨੇ, ਤਾਂ ਮੈਨੂੰ ਮਾਈਥੋਲੋਜੀ, ਰਾਮਾਇਣ ਮਹਾਭਾਰਤ ਵਿੱਚ ਵੀ ਬੜਾ ਇੰਟਰਸਟ ਹੋ ਗਿਆ ਸੀਗਾ। ਫਿਰ ਸਾਇੰਸ ਦੇ ਕੁਝ ਕੁਐਸਚਨ ਪੁੱਛੇ ਜਾਂਦੇ ਸੀ, ਸਾਇੰਸ ਵਿੱਚ ਰੁਚੀ ਹੋ ਗਈ ਸੀਗੀ। ਲੱਗਿਆ ਕਿ ਪੂਰਾ ਪਰਫੈਕਟ ਹੋ ਜਾਵਾਂ। ਮੈਨੂੰ ਹਰ ਡਾਇਮੈਂਸ਼ਨ ਨਾਲ ਨੌਲੇਜ ਗੇਨ ਕਰਨ ਦਾ ਮੈਨੂੰ ਮਜ਼ਾ ਆਉਣ ਲੱਗਿਆ। ਫਿਰ ਸਕੂਲ ਵਿੱਚ ਕੁਇਜ਼ ਕੰਪੀਟੀਸ਼ਨਸ ਹੁੰਦੇ ਸੀ। ਮੈਂ ਦੱਸਣਾ ਚਾਹੁੰਦੀ ਹਾਂ, ਮੈਂ DAV ਸਕੂਲ ਟੋਹਾਣਾ ਵਿੱਚ ਪੜ੍ਹਦੀ ਹੁੰਦੀ ਸੀਗੀ, ਤਾਂ ਉੱਧਰ ਬੜੇ ਕੁਇਜ਼ ਕੰਪੀਟੀਸ਼ਨਸ ਹੁੰਦੇ ਸੀਗੇ ਅਤੇ ਮੈਂ ਹਰ ਕੁਇਜ਼ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਦੀ ਸੀ। ਫਿਰ ਮੇਰੀ ਰੁਚੀ ਨੂੰ ਇਸ ਇੰਟਰਸਟ ਨੂੰ ਦੇਖ ਕੇ ਸਕੂਲ ਵੱਲੋਂ ਮੈਨੂੰ ਇੱਕ ਰਿਸਪੋਂਸੀਬਿਲਿਟੀ ਦਿੱਤੀ ਗਈ। ਜਿਵੇਂ ਸਕੂਲ ਅਸੈਂਬਲੀ ਹੁੰਦੀ ਹੈ, ਉੱਧਰ ਮੈਨੂੰ ਕੁਇਜ਼ ਕੰਡਕਟ ਕਰਾਉਣ ਦੀ ਰਿਸਪੋਂਸੀਬਿਲਿਟੀ ਦਿੱਤੀ ਗਈ। ਤਾਂ ਕਿਸੇ ਨਾ ਕਿਸੇ ਵੇ ਨਾਲ ਮੈਂ ਜੀਕੇ ਨਾਲ ਇਨਵੋਲਵਡ ਹੁੰਦੀ ਰਹੀ ਸੀ ਅਤੇ ਮੈਨੂੰ ਬੜਾ ਐਪਰੀਸੀਏਸ਼ਨ ਮਿਲਦਾ ਸੀਗਾ ਕਿ ਮੈਨੂੰ ਕਿਹਾ ਜਾਂਦਾ ਸੀਗਾ ਕਿ ਮੇਰੀ ਜੀਕੇ ਅੱਛੀ ਹੈ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਚੀਜ਼ ਮੇਰੇ ਬੜੇ ਕੰਮ ਆਈ ਹੈ। ਫਿਰ ਮੈਂ
KBC ਸ਼ੋਅ ਨਾਲ ਕਨੈਕਟਡ ਰਹੀ। ਜਦੋਂ ਮੈਂ 18 ਸਾਲ ਦੀ ਹੋਈ ਫਿਰ ਮੈਂ ਟਰਾਈ ਕਰਿਆ ਕਿ ਹਾਂ ਹੁਣ ਮੈਂ ਟਰਾਈ ਕਰ ਸਕਦੀ ਹਾਂ, ਮੈਂ ਐਲੀਜੀਬਲ ਹਾਂ। ਤਾਂ ਫਿਰ ਟਰਾਈ ਕਰਦੇ ਕਰਦੇ ਮੈਨੂੰ ਪਹਿਲੀ ਆਡੀਸ਼ਨ ਦੀ ਜਿਹੜੀ ਕਾਲ ਆਈ ਉਹ 2014 'ਚ ਆਈ ਸੀ, ਅਤੇ ਮੈਂ ਉਸ ਟਾਈਮ ਟੋਹਾਣਾ ਤੋਂ ਚੰਡੀਗੜ੍ਹ ਆਈ ਸੀਗੀ ਆਡੀਸ਼ਨ ਦੇਣ ਲਈ ਆਪਣੀ ਮੰਮੀ ਨਾਲ। ਕਿੰਨੇ ਸਾਲ ਟਰਾਈ ਕੀਤਾ ਲਗਾਤਾਰ? ਸਰ ਟਰਾਈ ਤਾਂ ਮੈਂ ਜਦੋਂ ਦੀ 18 ਸਾਲ ਦੀ ਹੋਈ ਹਾਂ ਤਾਂ ਦੀ ਕਰ ਰਹੀ ਹਾਂ, ਅਤੇ ਮੈਨੂੰ ਪਹਿਲੀ ਜਿਹੜੀ ਮੈਨੂੰ ਸਫਲਤਾ ਜਿਹੜੀ ਦਿਖੀ, ਇੱਕ ਉਮੀਦ ਦਿਖੀ ਕਿ ਹਾਂ ਸਿਲੈਕਸ਼ਨ ਹੋ ਸਕਦਾ ਹੈ, ਉਹ ਚੀਜ਼ ਮੈਨੂੰ ਦਿਖੀ 2014 'ਚ ਜਦੋਂ ਮੈਨੂੰ ਆਡੀਸ਼ਨ ਦੀ ਕਾਲ ਆਈ। ਫਿਰ ਮੈਂ ਆਡੀਸ਼ਨ ਦਿੱਤਾ, ਫਿਰ ਸਰ ਨਹੀਂ ਹੋਇਆ ਸੀ ਸਿਲੈਕਸ਼ਨ, ਫਿਰ ਮੈਂ 3-4 ਵਾਰੀ ਅੱਗੇ ਫਿਰ ਆਡੀਸ਼ਨ ਦਿੱਤਾ। 1 ਸਾਲ ਆਨਲਾਈਨ ਵੀ ਹੋਏ ਸੀਗੇ ਆਡੀਸ਼ਨ, ਅਤੇ ਮੈਂ 3 ਵਾਰੀ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਵੀ ਆਡੀਸ਼ਨ ਦਿੱਤਾ। ਫਾਈਨਲੀ ਸਰ ਨਿਰੰਤਰ ਪ੍ਰਯਾਸ ਅਤੇ ਅੱਗੇ ਰੱਬ ਦੀ ਬਲੈਸਿੰਗਸ, ਮਾਤਾ ਰਾਣੀ ਦੀ ਬਲੈਸਿੰਗ ਸੀਗੀਆਂ, ਬਾਬਾ ਜੀ ਦੀ ਬਲੈਸਿੰਗ ਸੀਗੀ, ਅਤੇ ਸਨ 2022 'ਚ ਮੈਨੂੰ ਫਾਈਨਲੀ ਮੈਂ ਸਿਲੈਕਟ ਹੋਈ ਫਾਸਟੈਸਟ ਫਿੰਗਰਸ ਲਈ, ਅਤੇ ਅੱਗੇ ਹੌਟ ਸੀਟ 'ਤੇ ਵੀ ਆ ਪਾਈ ਅਤੇ ਇੱਕ ਰਿਸਪੈਕਟੇਬਲ ਅਮਾਊਂਟ ਵੀ ਜਿੱਤ ਕੇ ਆਈ। ਸ਼ੁਰੂਆਤ ਅਮਿਤਾਭ ਬੱਚਨ ਨੂੰ ਮਿਲੇ KBC 'ਚ ਪਹੁੰਚ ਕੇ, ਸ਼ੁਰੂਆਤ ਦੇਵੀ ਔਰ ਸਜਣੋਂ ਤੋਂ ਹੀ ਹੋਈ। ਸਰ ਉਹਨਾਂ ਦਾ ਤਾਂ ਇੱਕ ਅਲੱਗ ਹੀ ਅੰਦਾਜ਼ ਹੈ, ਦੇਵੀ ਔਰ ਸਜਣਾ ਦਾ ਉਹਨਾਂ ਦਾ ਮੂੰਹ 'ਤੇ ਹੁੰਦਾ ਹੀ ਹੈਗਾ। ਤਾਂ ਬਹੁਤ ਚੰਗਾ ਲੱਗਿਆ ਜਦੋਂ ਸ਼ੁਰੂਆਤ ਵਿੱਚ ਸਰ KBC ਦਾ ਸਾਊਂਡ ਆਉਂਦਾ ਹੈ, ਜਿਹੜਾ ਉਹਨਾਂ ਦਾ ਥੀਮ ਮਿਊਜ਼ਿਕ ਹੈਗਾ। ਅਸੀਂ TV 'ਤੇ ਦੇਖਦੇ ਹਾਂ ਤਾਂ ਹੀ ਸਾਨੂੰ ਗੂਜ਼ਬੰਪਸ ਹੁੰਦੇ ਨੇ, ਅਤੇ ਜਦੋਂ ਮੈਂ ਉਸ ਮਿਊਜ਼ਿਕ ਨੂੰ ਲਾਈਵ ਐਕਸਪੀਰੀਅੰਸ ਕਰਿਆ, ਫਿਰ ਹੌਟ ਸੀਟ 'ਤੇ ਨਹੀਂ ਸਰ, ਜਦੋਂ ਪਿੱਛੇ ਵੀ ਬੈਠੇ ਸੀਗੇ, ਜਦੋਂ ਵੀ ਐਪੀਸੋਡ ਦੀ ਸਟਾਰਟ ਹੁੰਦੀ ਸੀ ਉਸ ਮਿਊਜ਼ਿਕ ਨਾਲ ਹੁੰਦੀ ਸੀ, ਟੂ ਨੂੰ ਨੂੰ ਟੂ ਨੂੰ, ਜਿਹੜਾ ਮਿਊਜ਼ਿਕ ਗੂਜ਼ਬੰਪ ਸੀਗੇ। ਫਿਰ ਉਸ ਤੋਂ ਬਾਅਦ ਜਦੋਂ ਅਮਿਤਾਭ ਸਰ ਐਂਟਰ ਕਰਦੇ ਸੀਗੇ ਸਰ 10 ਮਿੰਟ ਤੱਕ ਕਲੈਪਿੰਗ ਹੀ ਨਹੀਂ ਰੁਕਦੀ ਸੀਗੀ। ਇੰਨਾ ਪਬਲਿਕ ਵਿੱਚ ਉਹਨਾਂ ਲਈ ਕਰੇਜ਼ ਹੈਗਾ। ਕਈ ਲੋਕ ਆਪਣਾ ਆਪਣਾ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਕੋਈ ਕਹਿੰਦਾ ਬੱਚਨ ਬੱਚਨ, ਕੋਈ ਕਹਿੰਦਾ AB। ਤਾਂ ਉਹ ਚੀਜ਼ ਦੇਖ ਕੇ ਨਾ ਬੜਾ ਓਵਰਵੈਲਮਿੰਗ ਜਿਹਾ ਲੱਗਦਾ ਸੀਗਾ ਕਿ ਅਸੀਂ ਵਾਕਈ ਸਦੀ ਦੇ ਮਹਾਨਾਇਕ ਨੂੰ ਦੇਖ ਰਹੇ ਹਾਂ। ਅਤੇ ਸਾਰੇ ਕੰਟੈਸਟੈਂਟ, ਮੈਂ ਕਿ ਸਾਰੇ ਕੰਟੈਸਟੈਂਟ ਸੀ ਫਰੀਜ਼ ਹੋ ਜਾਂਦੇ ਸੀਗੇ, ਸਾਡੀ ਨਜ਼ਰਾਂ ਹੀ ਨਹੀਂ ਹਟਦੀਆਂ ਸੀਗੀਆਂ ਉਹਨਾਂ ਤੋਂ। ਕਿੰਨੇ ਪੈਸੇ ਜਿੱਤ ਕੇ ਲੈ ਕੇ ਆਏ ਹੋ ਔਰ ਕਿਸ ਤਰ੍ਹਾਂ ਦੇ ਸਵਾਲ ਸੀ? ਸਰ ਮੈਂ 25 ਲੱਖ ਰੁਪਏ ਜਿੱਤ ਕੇ ਆਈ ਹਾਂ। ਅਤੇ ਜਿੱਧਰ ਆਪਾਂ ਗੱਲ ਕਰੀਏ ਸਵਾਲ ਕਿਸ ਤਰ੍ਹਾਂ ਸੀਗੇ ਸਰ, ਮੇਰਾ ਮੰਨਣਾ ਇਹ ਹੈਗਾ ਕਿ ਕੋਈ ਸਵਾਲ ਜੇ ਮੈਨੂੰ ਆਉਂਦਾ ਹੈ ਤਾਂ ਮੇਰੇ ਲਈ ਈਜ਼ੀ ਹੈਗਾ, ਕਿਸੇ ਨੂੰ ਨਹੀਂ ਆਉਂਦਾ ਤਾਂ ਉਹਦੇ ਲਈ ਟਫ ਹੈਗਾ। ਤਾਂ ਜੇ ਮੇਰੀ ਪ੍ਰੈਪਰੇਸ਼ਨ ਹੈਗੀ ਹੈ, ਮੈਨੂੰ ਸਰ 3,20,000 ਤੱਕ ਦੇ ਸਵਾਲ ਬਹੁਤ ਹੀ ਈਜ਼ੀ ਲੱਗੇ, ਕਿਉਂਕਿ ਮੇਰੀ ਕੋਈ ਵੀ ਲਾਈਫ ਲਾਈਨ ਨਹੀਂ ਯੂਜ਼ ਹੋਈ ਸੀ। ਕਿਤੇ ਨਾ ਕਿਤੇ ਮੈਂ ਉਹ ਚੀਜ਼ ਪੜ੍ਹੀ ਹੋਈ ਸੀਗੀ, ਮੈਂ ਲਾਈਫ ਵਿੱਚ ਉਹ ਚੀਜ਼ ਐਕਸਪੀਰੀਅੰਸ ਕਰੀ ਸੀਗੀ, ਤਾਂ ਮੈਨੂੰ ਬਹੁਤ ਹੀ ਈਜ਼ੀ ਲੱਗੇ। ਬਟ ਕਿਸੇ ਲਈ ਉਹ ਸਵਾਲ ਵੀ ਟਫ ਹੋ ਸਕਦੇ ਨੇ, ਅਤੇ ਮੈਨੂੰ ਲੋਕਾਂ ਨੇ ਦੱਸਿਆ ਕਿ ਸਾਡੇ ਲਈ ਉਹ ਸਵਾਲ ਟਫ ਸੀਗੇ, ਲੇਕਿਨ ਮੈਂ ਪੜ੍ਹੀ ਹੋਈ ਸੀ ਤਾਂ ਮੇਰੇ ਲਈ ਉਹ ਸਵਾਲ ਬੜੇ ਈਜ਼ੀ ਸੀਗੇ। ਫਿਰ 11ਵੇਂ ਸਵਾਲ ਤੋਂ ਮੈਨੂੰ ਲੱਗਿਆ ਕਿ ਟਫਨੈਸ ਲੈਵਲ ਸ਼ੁਰੂ ਹੋ ਚੁੱਕਿਆ ਹੈਗਾ, ਕਿਉਂਕਿ ਮੇਰੀ ਲਾਈਫ ਲਾਈਨਸ ਯੂਜ਼ ਹੋਣੀ ਸ਼ੁਰੂ ਹੋ ਗਈ ਸੀ। ਪਹਿਲਾ 11ਵਾਂ ਸਵਾਲ ਸੀਗਾ ਛਈਆ ਛਈਆ ਸੌਂਗ ਤੋਂ ਰਿਲੇਟਡ ਸੀਗਾ, ਜਿਹੜਾ ਸ਼ਾਹਰੁਖ ਖਾਨ ਜੀ ਦਾ ਹੈਗਾ, ਕਿ ਉਸ 'ਚ ਕਿਹੜੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕਿਸ ਸਟੇਟ 'ਚ ਸੀਗੀ। ਤਾਂ ਇਸ ਬਾਰੇ ਮੈਨੂੰ ਨਹੀਂ ਪਤਾ ਸੀਗਾ ਕਿ ਜਿਹੜੀ ਉਹ ਟ੍ਰੇਨ ਹੈਗੀ ਉਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈਗੀ। ਫਿਰ ਉਸ ਤੋਂ ਬਾਅਦ ਕਈ ਸਵਾਲਾਂ ਦੇ ਜਵਾਬ ਦਿੱਤੇ। ਫਿਰ ਜਿਹੜਾ 25 ਲੱਖ ਦਾ ਸਵਾਲ ਸੀਗਾ, ਕਿਤੇ ਨਾ ਕਿਤੇ ਮੈਂ ਸਹੀ ਆਪਸ਼ਨ ਵੱਲ ਜਾ ਰਹੀ ਸੀਗੀ, ਬਟ ਫਿਰ ਵੀ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ ਸੀਗੀ, ਇਸ ਕਰਕੇ ਮੈਂ ਆਪਣੀ ਬਾਕੀ 2 ਲਾਈਫ ਲਾਈਨਸ ਉਸ 'ਚ ਯੂਜ਼ ਕਰ ਲਈਆਂ। ਅਤੇ ਜਦੋਂ ਮੈਂ 50 ਲੱਖ ਦੇ ਸਵਾਲ 'ਤੇ ਪੁੱਜੀ, ਜੋ ਸਵਾਲ ਸੀਗਾ ਕਿ ਮਾਰਵਾੜ ਮੈਮੋਰੀਅਲ ਜਿਹੜਾ ਬਣਿਆ ਹੋਇਆ ਹੈ ਉਹ ਕਿਸ ਜੰਗ ਵਿੱਚ ਸ਼ਹੀਦ ਹੋਏ ਲੋਕਾਂ ਲਈ ਬਣਿਆ ਹੋਇਆ ਹੈ, ਤਾਂ ਇਸ 'ਚ ਸੀਗੇ ਆਪਸ਼ਨਸ ਆਪਰੇਸ਼ਨ ਪੋਲੋ, ਆਪਰੇਸ਼ਨ ਸਟਿਪਲ ਚੇਜ਼, ਆਪਰੇਸ਼ਨ ਮੇਘਦੂਤ ਐਂਡ ਆਪਰੇਸ਼ਨ ਵਿਜੈ 1961। ਫਿਰ ਮੈਂ ਆਪਰੇਸ਼ਨਸ ਬਾਰੇ ਪੜ੍ਹਿਆ ਸੀਗਾ ਕਿ ਇਹ ਕਿੱਥੇ ਕਿੱਥੇ ਹੋਏ, ਬਟ ਮੈਨੂੰ ਇੰਨੀ ਗਹਿਰਾਈ 'ਚ ਇਹਨਾਂ ਆਪਰੇਸ਼ਨਸ ਬਾਰੇ ਨਹੀਂ ਪਤਾ ਸੀ ਕਿ ਲਾਈਫ ਲਾਈਨਸ ਵੀ ਮੁੱਕ ਗਈ। ਤਾਂ ਮੇਰੇ ਲਈ ਇਹ ਫੈਸਲਾ ਲੈਣਾ ਕੋਈ ਮੁਸ਼ਕਿਲ ਨਹੀਂ ਸੀਗਾ ਕਿ ਇਸ ਸਟੇਜ 'ਤੇ ਮੈਨੂੰ ਹੁਣ ਕੁਇਟ ਕਰਨਾ ਹੈ। ਮੈਂ ਬਹੁਤ ਕਲੀਅਰ ਸੀਗੀ, ਮੇਰੇ ਕੋਲ ਕੋਈ ਲਾਈਫ ਲਾਈਨ ਸੀਗੀ ਨਹੀਂ ਸੀਗੀ, ਮੈਨੂੰ ਇੰਨੀ ਗਹਿਰਾਈ 'ਚ ਇਸ ਕੁਐਸਚਨ ਬਾਰੇ ਨਹੀਂ ਪਤਾ ਸੀਗਾ ਕਿ ਮੈਂ ਇਹਦਾ ਜਵਾਬ ਦੇ ਪਾਵਾਂ। ਹਸਬੈਂਡ ਦੀ ਮਦਦ ਲਈ ਕਿਤੇ? ਹਸਬੈਂਡ ਨੇ ਸਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਿਆ। ਉਹਨਾਂ ਨੇ ਸਪੈਸ਼ਲੀ ਜਦੋਂ ਤੋਂ ਮੈਨੂੰ ਕੌਣ ਬਣੇਗਾ ਕਰੋੜਪਤੀ ਦੀ ਕਾਲ ਆਈ ਸੀਗੀ, ਉਹਨਾਂ ਨੇ ਮੇਰੇ ਲਈ ਇੱਕ ਐਪ ਬਣਾਈ, ਕਿਉਂਕਿ ਅਸੀਂ ਪਲੇ ਸਟੋਰ 'ਚ ਸਰਚ ਕਰਿਆ ਕਿ ਜਿਹੜਾ ਫਾਸਟੈਸਟ ਫਿੰਗਰਸ ਫਸਟ ਉਹਦਾ ਟ੍ਰਿਪਲ ਟੈਸਟ ਹੁੰਦਾ ਹੈ, 3 ਸਵਾਲ ਪੁੱਛੇ ਜਾਂਦੇ ਨੇ, ਅਤੇ ਤੁਸੀਂ ਘੱਟੋ ਘੱਟ ਸਮੇਂ 'ਚ ਉਹ ਸਵਾਲਾਂ ਦਾ ਜਵਾਬ ਦੇਣਾ ਹੈ, ਅਤੇ ਉਹ ਸਵਾਲਾਂ ਨੂੰ ਜਿਹੜਾ ਵੀ ਕੰਟੈਸਟੈਂਟ ਸਭ ਤੋਂ ਘੱਟ ਸਮੇਂ 'ਚ ਉਹ ਜਵਾਬ ਦੇਊਗਾ ਉਹ ਅੱਗੇ ਹੌਟ ਸੀਟ 'ਤੇ ਜਾਊਗਾ। ਤਾਂ ਇਹਨਾਂ ਨੇ ਦੇਖਿਆ, ਕਿਉਂਕਿ ਸਰ ਉੱਧਰ ਸਾਰੇ ਕੰਟੈਸਟੈਂਟਸ ਧੁਰੰਧਰ ਹੁੰਦੇ ਨੇ, ਕੋਈ ਕਿਸੇ ਤੋਂ ਘੱਟ ਨਹੀਂ ਹੈਗਾ, ਤਾਂ ਬੜਾ ਮੈਂ ਕਹਾਂਗੀ ਕੱਟ ਥਰੋਟ ਕੰਪੀਟੀਸ਼ਨ ਜਿਹਨੂੰ ਕਹਿੰਦੇ ਨਾ ਆਪਾਂ, ਗਲਾ ਕੱਟ ਕੰਪੀਟੀਸ਼ਨ, ਉਹ ਉਸ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈ। ਤਾਂ ਇਹਨਾਂ ਨੇ ਦੇਖਿਆ ਕਿ ਬਟ ਆਪਾਂ ਪ੍ਰੈਕਟਿਸ ਨਾਲ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ। ਤਾਂ ਮੇਰੇ ਹਸਬੈਂਡ ਨੇ ਮੇਰੇ ਲਈ ਐਪ ਬਣਾਈ, ਸਿਰਫ ਸਪੈਸੀਫਿਕਲੀ ਮੇਰੇ ਲਈ ਬਣਾਈ ਸੀ, ਤਾਂ ਕਿ ਮੇਰੀ ਫਾਸਟੈਸਟ ਫਿੰਗਰਸ ਫਸਟ ਦੀ ਪ੍ਰੈਕਟਿਸ ਹੈਗੀ ਉਹ ਹੋ ਸਕੇ, ਅਤੇ ਮੈਂ ਉੱਧਰ ਅੱਛਾ ਪਰਫੋਰਮ ਕਰ ਪਾਵਾਂ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਮੇਰੇ ਸਿਲੈਕਸ਼ਨ ਵਿੱਚ ਮੇਰੇ ਹਸਬੈਂਡ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਪੜ੍ਹਦੀ ਸੀ, ਮੇਰੇ ਨਾਲ ਮੇਰੇ ਹਸਬੈਂਡ ਵੀ ਪੜ੍ਹਦੇ ਸੀਗੇ, ਉਹ ਵੀ ਮੇਰੇ ਲਈ ਟੌਪਿਕ ਲੱਭ ਕੇ ਆਉਂਦੇ ਸੀਗੇ ਕਿ ਆਰਤੀ ਤੁਹਾਡਾ ਇਹ ਟੌਪਿਕ ਵੀਕ ਹੋ ਸਕਦਾ ਹੈ। ਜਿਵੇਂ ਮੈਨੂੰ ਸਪੋਰਟਸ ਵਿੱਚ ਇੰਨੀ ਜ਼ਿਆਦਾ ਨਹੀਂ ਸੀਗੇ, ਮੈਨੂੰ ਕ੍ਰਿਕਟ ਵਿੱਚ ਕੁੜੀਆਂ ਨੂੰ ਇੰਨੀ ਜ਼ਿਆਦਾ ਰੁਚੀ ਨਹੀਂ ਹੁੰਦੀ, ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ 2 ਦਿਨ ਕਲਾਸ ਲਈ ਕ੍ਰਿਕਟ ਵੀ ਪੜ੍ਹਾਇਆ।
ਤਾਂ ਫਿਰ ਜਿੱਥੇ ਉਹਨਾਂ ਨੂੰ ਲੱਗਿਆ ਕਿ ਮੇਰੇ ਸੈਕਸ਼ਨਸ ਵੀਕ ਹੋ ਸਕਦੇ ਨੇ, ਉਹਨਾਂ ਨੇ ਮੈਨੂੰ ਆਪਣੀ ਤਰਫੋਂ ਸਿਖਾਉਣ ਦੀ ਕੋਸ਼ਿਸ਼ ਕਰਿਆ ਤੇ ਜਿਹੜੇ ਮੇਰੇ ਸੈਕਸ਼ਨ ਸਟਰੋਂਗ ਸੀ ਉਹਨਾਂ ਨੂੰ ਮੈਂ ਸਟਰੋਂਗ ਕਰਿਆ ਤੇ ਅਲੱਗ-ਅਲੱਗ ਟੌਪਿਕਸ ਲੈ ਕੇ ਆਉਂਦੇ ਸੀਗੇ ਕਿ ਮੇਰਾ ਸਰਪ੍ਰਾਈਜ਼ ਟੈਸਟ ਵੀ ਲੈਂਦੇ ਸੀਗੇ ਕਿ ਤੁਹਾਨੂੰ ਇਹ ਟੌਪਿਕ ਪਤਾ ਹੈ। ਫਿਰ ਉਹਦੇ ਨਾਲ ਮੈਨੂੰ ਸਮੇਂ-ਸਮੇਂ ਤੇ ਪਤਾ ਚੱਲਦਾ ਰਹਿੰਦਾ ਸੀ ਹਾਂ ਮੈਨੂੰ ਇਸ ਏਰੀਆ ਵਿੱਚ ਹੁਣ ਹੋਰ ਮਿਹਨਤ ਕਰਨ ਦੀ ਲੋੜ ਹੈਗੀ ਹੈ। ਅਮਿਤਾਭ ਬੱਚਨ ਅਮੂਮਨ ਇਹ ਚੀਜ਼ ਪੁੱਛਦੇ ਹੋ ਕਿ ਜੋ ਪੈਸੇ ਕਮ ਲੈ ਕੇ ਜਾਓਗੇ ਤਾਂ ਉਹਨਾਂ ਦਾ ਕੀ ਕਰੋਗੇ? ਆਰਤੀ ਜੀ ਨੇ ਕੀ ਕੀਤਾ ਫਿਰ? ਸਰ ਹਜੇ ਤੱਕ ਤਾਂ ਖੈਰ ਅਮਾਊਂਟ ਮਿਲਿਆ ਨਹੀਂ ਹੈਗਾ ਹਾਂ, ਲੇਕਿਨ ਜਦੋਂ ਪਲਾਨਸ ਤਾਂ ਹੁੰਨੇ ਹੀ ਹੈ। ਹਾਂਜੀ ਸਰ, ਬਹੁਤ ਕੁਝ ਸੋਚਿਆ ਹੈਗਾ ਕਿ ਵੈਸੇ ਤਾਂ ਬਾਕੀ ਜਿਹੜਾ ਫਾਈਨਲ ਹੁੰਦਾ ਉਹ ਤਾਂ ਪਰਿਵਾਰ ਨਾਲ ਆਪਾਂ ਮਿਲ ਕੇ ਡਿਸਕਸ ਕਰਕੇ ਫੇਰ ਹੀ ਕਰਾਂਗੇ, ਲੇਕਿਨ ਹਾਂ ਕੁਝ ਚੀਜ਼ਾਂ ਸੋਚੀਆਂ ਨੇ। ਜਿਵੇਂ ਮੈਂ ਕਲਾਸਿਸ ਲੈਣੀ ਹੁੰਦੀਆਂ ਬੱਚਿਆਂ ਦੀ, ਮੈਂ ਉਹਨਾਂ ਲਈ ਪ੍ਰੋਜੈਕਟਰ ਮਤਲਬ ਕੁਝ ਨਾ ਕੁਝ ਮੈਂ ਚਾਹੁੰਦੀ ਹਾਂ ਕਿ ਉਹ ਕਲਾਸਿਸ ਨੂੰ ਮੈਂ ਡਿਜੀਟਲ ਕਰਾਂ, ਤਾਂ ਮੈਂ ਉਸ 'ਚ ਵੀ ਕੁਝ ਪੈਸਾ ਜ਼ਰੂਰ ਲਗਾਉਣਾ ਚਾਹਾਂਗੀ। ਤੇ ਅਸੀਂ ਘਰ ਵੀ ਲੈਣਾ ਹੈਗਾ, ਉੱਧਰ ਵੀ ਅਸੀਂ ਇਨਵੈਸਟ ਕਰਨਾ ਚਾਹਾਂਗੇ ਤੇ ਮੈਂ ਆਪਣੇ ਪੇਰੈਂਟਸ ਨੂੰ ਕੁਝ ਗਿਫਟ ਵੀ ਕਰਨਾ ਚਾਹੁੰਦੀ ਹਾਂ, ਦੋਨੋਂ ਸਾਈਡ ਦੇ ਪੇਰੈਂਟਸ ਨੂੰ। ਪਾਰਟੀ ਤਾਂ ਹਾਂਜੀ ਪੱਕੀ ਹੈ। ਤੁਸੀਂ ਹੁਣ ਕੀ ਕਰਦੇ ਹੋ ਐਗਜ਼ੈਕਟਲੀ? ਆਰਤੀ ਕਰਦੀ ਕੀ ਹੈ? ਸਰ ਮੈਂ ਪੰਜਾਬ ਗ੍ਰਾਮੀਣ ਬੈਂਕ ਮਕੜੋਨਾ ਕਲਾ ਬ੍ਰਾਂਚ ਵਿੱਚ ਐਜ਼ ਬ੍ਰਾਂਚ ਮੈਨੇਜਰ ਕੰਮ ਕਰ ਰਹੀ ਹਾਂ। ਮੈਂ ਸੀਨੀਅਰ ਬ੍ਰਾਂਚ ਮੈਨੇਜਰ ਹਾਂ ਉੱਧਰ। ਲੜਕੀਆਂ ਨੂੰ ਕੀ ਕਹਿਣਾ ਚਾਹੋਗੇ, ਸੰਦੇਸ਼ ਕੀ ਦੇਣਾ ਚਾਹੋਗੇ? ਕਿਉਂਕਿ ਅਗਰ ਦੇਖਿਆ ਜਾਵੇ, ਅਗਰ ਨੌਲੇਜ ਹੋਵੇ ਇਨਸਾਨ ਨੂੰ ਤਾਂ ਘਰ ਬੈਠੇ ਵੀ ਪੈਸੇ ਕਮਾਏ ਜਾ ਸਕਦੇ। ਸਰ ਮੈਂ ਦੱਸਣਾ ਚਾਹਾਂਗੀ, ਖੈਰ ਮੈਂ ਤਾਂ 25 ਲੱਖ ਅਮਾਊਂਟ ਜਿੱਤਿਆ, ਬਟ ਉੱਧਰ ਮੇਰੀ ਅੱਖਾਂ ਦੇ ਸਾਹਮਣੇ ਇੱਕ ਮੈਡਮ ਸੀਗੇ ਕਵਿਤਾ ਚਾਵਲਾ ਜੀ, ਉਹ ਮਹਾਰਾਸ਼ਟਰ ਦੇ ਸੀਗੇ। ਉਹ ਸਿਰਫ 12ਵੀਂ ਕੀਤੀ ਹੋਈ ਸੀ ਉਹਨਾਂ ਨੇ, ਤੇ ਉਹ ਘਰ ਬੈਠੇ ਪੜ੍ਹਦੇ ਹੁੰਦੇ ਸੀਗੇ ਤੇ ਇੱਕ ਹੋਮ ਮੇਕਰ ਸੀਗੇ। ਉਸ ਤੋਂ ਬਾਵਜੂਦ ਵੀ ਉਹ ਲੇਡੀ 1 ਕਰੋੜ ਜਿੱਤ ਕੇ ਗਏ ਸੀਗੇ। ਤਾਂ ਅੱਜ ਕੱਲ੍ਹ ਦੇ ਟਾਈਮ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੁੜੀਆਂ ਕੀ ਨਹੀਂ ਕਰ ਰਹੀਆਂ ਹੈਗੀ। ਫਾਲਗੁਨੀ ਨਾਇਰ ਜੀ ਜਿਹੜੇ ਨਾਇਕਾ ਕੰਪਨੀ ਦੇ CEO ਹੈਗੇ ਆ, ਉਹਨਾਂ ਨੇ ਕਿੰਨਾ ਵੱਡਾ ਮੁਕਾਮ ਹਾਸਿਲ ਕਰਿਆ। ਇੰਡੀਆ ਦੀ ਆਪਣੇ ਆਪ ਬਣੀ ਉਹ ਸਭ ਤੋਂ ਰਿਚੈਸਟ ਲੇਡੀ ਬਣ ਗਏ ਹੈ। ਤੇ ਉਸ ਤੋਂ ਇਲਾਵਾ ਆਪਾਂ ਜੇ ਕਰੀਏ, PV ਸਿੰਧੂ ਹੈ ਸਪੋਰਟਸ ਵਿੱਚ ਮੈਡਲਸ ਲੈ ਕੇ ਆ ਰਹੀਆਂ, ਓਲੰਪਿਕਸ ਵਿੱਚ ਲੈ ਕੇ ਆਏ, ਕਾਮਨਵੈਲਥ ਗੇਮਸ ਵਿੱਚ ਲੈ ਕੇ ਆਏ। ਤਾਂ ਕੁੜੀਆਂ ਤਾਂ ਜੇ ਕਿਸੇ 'ਚ ਟੈਲੈਂਟ ਹੈਗਾ ਉਹਨੂੰ ਉਸ ਟੈਲੈਂਟ 'ਤੇ ਕੰਮ ਕਰਨਾ ਚਾਹੀਦਾ ਹੈ। ਤੇ ਕੁੜੀਆਂ ਨੂੰ ਤਾਂ ਮੈਂ ਕਹਾਂਗੀ ਕਿ ਉਹ ਆਪਣਾ ਇੱਕ ਸੁਪਨਾ ਜ਼ਰੂਰ ਹੋਵੇ, ਉਹਨਾਂ ਦੇ ਮਾਈਂਡ ਵਿੱਚ ਇੱਕ ਲਕਸ਼ ਜ਼ਰੂਰ ਹੋਣਾ ਚਾਹੀਦਾ ਹੈ। ਤੇ ਉਸ ਲਕਸ਼ ਨੂੰ ਅੱਜ ਆਪਣੇ ਕੋਲ ਇੰਟਰਨੈਟ ਹੈਗਾ, ਅੱਜ ਆਪਣੇ ਕੋਲ ਸੋਸ਼ਲ ਮੀਡੀਆ ਹੈਗਾ, ਜੇ ਆਪਣੇ ਕੋਲ ਬਿਲਕੁਲ ਆਪਣੇ ਕੋਲ ਆਪਸ਼ਨਸ ਵੀ ਬਹੁਤ ਹੈ, ਪਲੇਟਫਾਰਮਸ ਹੈਗੇ ਜਿੱਧਰ ਆਪਾਂ ਆਪਣਾ ਟੈਲੈਂਟ ਸ਼ੋਅ ਕਰ ਸਕਦੇ ਆ। ਤੇ ਮੈਂ ਗੱਲ ਕਹਾਂਗੀ ਕੁੜੀਆਂ ਤੋਂ ਜ਼ਿਆਦਾ ਰਿਕੁਐਸਟ ਮੈਂ ਪੇਰੈਂਟਸ ਨੂੰ ਕਰਨਾ ਚਾਹੁੰਦੀ ਹਾਂ ਕਿ ਉਹ ਆਪਣੀ ਕੁੜੀਆਂ ਨੂੰ ਸਪੋਰਟ ਜ਼ਰੂਰ ਕਰਨ, ਕਿਉਂਕਿ ਕੁੜੀਆਂ ਲਈ ਕੁਝ ਕਮੀ ਹੈਗੀ ਹੈ ਸਰ ਕਿਤੇ ਨਾ ਕਿਤੇ। ਐਕਚੁਅਲੀ ਕਮੀ ਨਹੀਂ ਹੈਗੀ, ਹਰ ਮਾਂ-ਬਾਪ ਚਾਹੁੰਦੇ ਨੇ ਕਿ ਸਾਡੀ ਕੁੜੀ ਵਧੇ, ਹਾਂ, ਬਟ ਉਹ ਕਿਤੇ ਨਾ ਕਿਤੇ ਉਹਨੂੰ ਜਾਣ ਪਿੱਛੇ ਕਿ ਤੂੰ ਨਹੀਂ, ਉਹਨਾਂ ਦੇ ਮਨ ਸਿਰਫ ਡਰ ਹੁੰਦਾ ਹੈਗਾ ਕਿ ਕਿਤੇ ਬਾਹਰ ਜਾਊਗੀ ਇਹ ਸੇਫ ਹੋਊਗੀ ਜਾਂ ਨਹੀਂ। ਤਾਂ ਮੇਰਾ ਉੱਧਰ ਇਹ ਮੰਨਣਾ ਹੈਗਾ ਕਿ ਆਪਣੀ ਕੁੜੀਆਂ ਨੂੰ ਪ੍ਰੀਪੇਅਰ ਕਰ ਸਕਦੇ ਹਾਂ ਕਿ ਉਹ ਬਾਹਰਲੀ ਦੁਨੀਆ ਨੂੰ ਫੇਸ ਕਰ ਸਕੇ ਕੌਨਫੀਡੈਂਸ ਨਾਲ। ਤੇ ਸਾਨੂੰ ਵੀ ਆਪਣੀ ਕੁੜੀਆਂ 'ਤੇ ਯਕੀਨ ਰੱਖਣਾ ਪੈਣਾ ਹੈ ਕਿ ਹਾਂ ਉਹ ਵੀ ਕਰ ਸਕਦੀ ਹੈਗੀ। ਤੇ ਉਹਨਾਂ ਨੂੰ ਆਪਾਂ ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇ ਸਕਦੇ ਹਾਂ। ਤੇ ਸਾਨੂੰ ਜਿੱਧਰ ਲੱਗਦਾ ਹੈ ਕਿ ਉਹ ਇਕੱਲੀ ਨਹੀਂ ਜਾ ਸਕਦੀ, ਅਸੀਂ ਨਾਲ ਜਾ ਸਕਦੇ ਹਾਂ ਕੁੜੀ ਦੇ, ਲੇਕਿਨ ਉਹਨਾਂ ਤੋਂ ਆਪਾਂ ਮੌਕਾ ਨਹੀਂ ਛੀਨ ਸਕਦੇ, ਕਿਉਂਕਿ ਜੇ ਉਹ ਘਰੇ ਬੈਠੀ ਰਹੀ ਤਾਂ ਉਹਦੇ ਤੋਂ ਉਹ ਮੌਕੇ ਛੀਨੇ ਜਾਣੇ ਆ ਤੇ ਉਹ ਅੱਗੇ ਨਹੀਂ ਆ ਪਾਊਗੀ ਫਿਰ।